ਹੈਲੋ एवरीवन ਵੈਲਕਮ ਟੂ ਕੈਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਆਪਾਂ ਪੋਲਿਟੀ ਦੀ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ, ਅੱਜ ਆਪਾਂ 9th ਸੀਰੀਜ਼ ਦੇ ਕੁਐਸਚਨਸ ਨੂੰ ਡਿਸਕਸ ਕਰਾਂਗੇ। ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਆਪਾਂ ਨਾ ਜੋ ਵੇ ਰਹਿੰਦਾ ਹੈ ਪੜ੍ਹਾਉਣ ਦਾ, ਉਹ ਕਿਸ ਤਰੀਕੇ ਨਾਲ ਰਹਿੰਦਾ ਹੈ ਕਿ ਹਰ ਇੱਕ ਕੁਐਸਚਨ ਦੇ ਨਾਲ ਤੁਹਾਡੇ 10 ਤੋਂ 15 ਕੁਐਸਚਨਸ ਕੀ ਹੁੰਦੇ ਨੇ, ਕਲੀਅਰ ਹੁੰਦੇ ਨੇ। ਸੋ ਜਿੰਨੇ ਵੀ ਐਡੀਸ਼ਨਲ ਪੁਆਇੰਟਸ ਹੁੰਦੇ ਨੇ ਕੁਐਸਚਨਸ ਦੇ ਰਿਗਾਰਡਿੰਗ, ਤੁਹਾਨੂੰ ਬਲੈਕ ਬੋਰਡ ਦੇ ਉੱਤੇ ਰਾਈਟ ਡਾਊਨ ਕਰਵਾਏ ਜਾਂਦੇ ਨੇ। ਸੋ ਆਪਣੀ ਕਾਪੀ ਪੈਨ ਲੈ ਕੇ ਨਾਲ ਬੈਠਿਆ ਕਰੋ ਤਾਂ ਜੋ ਜਿੰਨੇ ਵੀ ਐਡੀਸ਼ਨਲ ਫੈਕਟਸ ਨੇ ਤੁਸੀਂ ਆਪਣੇ ਰਾਈਟ ਡਾਊਨ ਕਰ ਸਕੋ। ਸੋ ਅੱਜ ਦੀ ਸੀਰੀਜ਼ ਨੂੰ ਸਟਾਰਟ ਕਰਦੇ ਹਾਂ ਵਿਦ ਫਰਸਟ ਕੁਐਸਚਨ। ਫਰਸਟ ਕੁਐਸਚਨ ਆਪਣਾ ਕੀ ਪੁੱਛ ਰਿਹਾ, ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਆਫੀਸ਼ੀਅਲ ਲੈਂਗੁਏਜ ਆਫ ਯੂਨੀਅਨ ਟੈਰੀਟਰੀ ਆਫ ਲਕਸ਼ਦੀਪ। ਕੁਐਸਚਨ ਇਹ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਕੁਐਸਚਨ ਹੈ ਕੀ ਹੈ, ਪੁੱਛਿਆ ਗਿਆ ਜੋ ਸਾਡੀ ਲਕਸ਼ਦੀਪ ਹੈ, ਯੂਨੀਅਨ ਟੈਰੀਟਰੀ ਹੈ, ਜੋ ਸਾਡੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜੋ ਸਾਡਾ, ਉਸ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਲਕਸ਼ਦੀਪ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲਕਸ਼ਦੀਪ ਦੇ ਵਿੱਚ ਦੋ ਲੈਂਗੁਏਜਸ ਬੋਲੀਆਂ ਜਾਂਦੀਆਂ। ਕਿੰਨੀਆਂ ਭਾਸ਼ਾ ਬੋਲੀਆਂ ਜਾਂਦੀਆਂ? ਦੋ ਭਾਸ਼ਾ ਬੋਲੀਆਂ ਜਾਂਦੀਆਂ। ਉਹ ਦੋ ਭਾਸ਼ਾ ਕਿਹੜੀਆਂ ਕਿਹੜੀਆਂ ਨੇ? ਇੱਕ ਤਾਂ ਜੀ ਇੱਕ ਭਾਸ਼ਾ ਹੈ ਸਾਡੀ ਇੰਗਲਿਸ਼, ਤੇ ਦੂਸਰੀ ਭਾਸ਼ਾ ਕਿਹੜੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਨਾਲ ਆਨਸਰ ਕਰਦੇ ਜਾਣਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਮਲਿਆਲਮ। ਠੀਕ ਹੈ ਜੀ, ਇੱਕ ਭਾਸ਼ਾ ਬੋਲੀ ਜਾਂਦੀ ਹੈ ਮਲਿਆਲਮ ਤੇ ਦੂਸਰੀ ਬੋਲੀ ਜਾਂਦੀ ਹੈ ਇੰਗਲਿਸ਼। ਸੋ ਲਕਸ਼ਦੀਪ ਦੀ ਜੋ ਭਾਸ਼ਾ ਉਹ ਕਿਹੜੀ ਬੋਲੀ ਜਾਂਦੀ ਹੈ? ਮਲਿਆਲਮ ਤੇ ਇੰਗਲਿਸ਼ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਅਫੀਸ਼ੀਅਲ ਲੈਂਗੁਏਜਸ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਡੀਆ ਦੀਆਂ ਜਿੰਨੀਆਂ ਅਫੀਸ਼ੀਅਲ ਲੈਂਗੁਏਜਸ ਹੈ ਜਿਸ ਦਾ ਜ਼ਿਕਰ ਕੀਤਾ ਗਿਆ ਸ਼ਡਿਊਲ 8 ਦੇ ਵਿੱਚ, ਕਿੰਨੀਆਂ ਅਫੀਸ਼ੀਅਲ ਲੈਂਗੁਏਜਸ ਨੇ? 22 ਅਫੀਸ਼ੀਅਲ ਲੈਂਗੁਏਜਸ ਨੇ। ਜਦੋਂ ਇਹ ਸ਼ਡਿਊਲ ਬਣਿਆ ਸੀ ਉਸ ਸਮੇਂ ਓਨਲੀ 14 ਅਫੀਸ਼ੀਅਲ ਲੈਂਗੁਏਜਸ ਸੀ। ਉਸ ਤੋਂ ਬਾਅਦ 15 ਅਫੀਸ਼ੀਅਲ ਲੈਂਗੁਏਜ ਸਾਡੀ ਬਣੀ ਸਿੰਧੀ ਲੈਂਗੁਏਜ, ਵਿਦ ਵਿਚ ਅਮੈਂਡਮੈਂਟ? ਵਿਦ 21st ਅਮੈਂਡਮੈਂਟ ਜੋ ਹੋਈ ਸੀ 1967 ਦੇ ਵਿੱਚ। ਉਸ ਤੋਂ ਬਾਅਦ 16ਵੀਂ 16 17 ਤੇ 18 16ਵੀਂ 17ਵੀਂ ਤੇ 18ਵੀਂ ਲੈਂਗੁਏਜ ਬਣੀ ਸਾਡੀ ਕੋਂਕਣੀ, ਮਨੀਪੁਰੀ ਤੇ ਨੇਪਾਲੀ। ਕਿਸ ਅਮੈਂਡਮੈਂਟ ਦੇ ਨਾਲ? 71st ਅਮੈਂਡਮੈਂਟ ਜੋ 1992 ਦੇ ਵਿੱਚ ਹੋਈ। ਇਸ ਤੋਂ ਬਾਅਦ 2021 ਐਂਡ 22 ਲੈਂਗੁਏਜਸ ਕਿਹੜੀਆਂ ਕਦੋਂ ਬਣੀਆਂ ਸਾਡੀ ਅਫੀਸ਼ੀਅਲ ਲੈਂਗੁਏਜਸ? ਪਹਿਲਾਂ ਕਿਹੜੀਆਂ ਸੀ? ਬੋਡੋ, ਡੋਗਰੀ, ਸੰਥਰ ਤੇ ਮੈਥਾਲੀ। ਤੇ ਕਿਸ ਅਮੈਂਡਮੈਂਟ ਦੇ ਨਾਲ ਬਣੀਆਂ? ਇਹ ਬਣੀਆਂ ਜੀ ਸਾਡੀ 92nd ਅਮੈਂਡਮੈਂਟ ਜੋ 2003 ਦੇ ਵਿੱਚ ਹੋਈ। ਸੋ ਲਕਸ਼ਦੀਪ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਲਕਸ਼ਦੀਪ ਦੇ ਵਿੱਚ ਦੋ ਭਾਸ਼ਾਵਾਂ ਬੋਲੀਆਂ ਜਾਂਦੀਆਂ, ਇੱਕ ਇੰਗਲਿਸ਼ ਤੇ ਦੂਸਰੀ ਹੈ ਜੀ ਸਾਡੀ ਮਲਿਆਲਮ। ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਸੋ ਸਾਡਾ ਨੈਕਸਟ ਕੁਐਸਚਨ ਹੈ, what can be the maximum strength of ਰਾਜ ਸਭਾ? ਜੋ ਸਾਡਾ ਅਪਰ ਹਾਊਸ ਹੈ ਸਾਡੇ ਪਾਰਲੀਮੈਂਟ ਦਾ, ਜਿਸ ਦਾ ਨਾਮ ਹੈ ਜੀ ਰਾਜ ਸਭਾ। ਪੁੱਛਿਆ ਗਿਆ ਕਿ ਰਾਜ ਸਭਾ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ? ਮੈਕਸਿਮਮ ਪੁੱਛਿਆ ਗਿਆ ਕਿ ਮੈਕਸਿਮਮ ਕਿੰਨੀ ਐਵਰੇਜ ਹੈ ਕਿ ਕਿੰਨੇ ਮੈਂਬਰ ਹੋ ਸਕਦੇ ਨੇ? ਤਾਂ ਆਨਸਰ ਹੋਏਗਾ ਆਪਸ਼ਨ ਬੀ 250 ਮੈਂਬਰ। ਮੈਕਸਿਮਮ ਹੈਗਾ ਜੀ, ਮੈਕਸਿਮਮ ਸਾਡੇ 250 ਮੈਂਬਰ ਹੋ ਸਕਦੇ ਨੇ, ਬਟ ਰੀਸੈਂਟਲੀ 245 ਮੈਂਬਰਸ ਨੇ ਸਾਡੇ ਰਾਜ ਸਭਾ ਦੇ, ਜਿਸ ਦੇ ਵਿੱਚੋਂ 12 ਮੈਂਬਰਸ ਨੇ ਜੋ ਨੋਮੀਨੇਟ ਕੀਤੇ ਜਾਂਦੇ ਨੇ ਬਾਈ ਹੂਮ? ਉਹ ਨੋਮੀਨੇਟ ਕੀਤੇ ਜਾਂਦੇ ਨੇ ਸਾਡੇ ਪ੍ਰੈਜ਼ੀਡੈਂਟ ਦੇ ਦੁਆਰਾ। ਅਗਰ ਪੁੱਛਿਆ ਜਾਵੇ ਕਿ ਮੈਂਬਰ ਆਫ ਲੋਕ ਸਭਾ, ਤਾਂ ਲੋਕ ਸਭਾ ਦੇ ਮੈਕਸਿਮਮ ਮੈਂਬਰ ਹੋਣਗੇ 500। ਠੀਕ ਹੈ ਜੀ, ਬਟ ਰੀਸੈਂਟਲੀ ਕਿੰਨੇ ਸੀ? 545 ਵੀ ਸੀ। ਉਸ ਦੇ ਵਿੱਚੋਂ ਦੋ ਨੋਮੀਨੇਟ ਕੀਤੇ ਜਾਂਦੇ ਸੀ ਐਂਗਲੋ ਇੰਡੀਅਨ ਮੈਂਬਰਸ ਬਾਈ ਪ੍ਰੈਜ਼ੀਡੈਂਟ। ਬਟ 104th ਅਮੈਂਡਮੈਂਟ ਦੇ ਨਾਲ ਇਹ ਕੰਡੀਸ਼ਨਸ ਕੀ ਕਰ ਦਿੱਤੀ ਗਈ ਹੈ? ਖਤਮ ਕਰ ਦਿੱਤੀ ਗਈ ਹੈ। ਸੋ ਐਟ ਪ੍ਰੈਜ਼ੈਂਟ ਸਾਡੇ ਲੋਕ ਸਭਾ ਦੇ ਮੈਂਬਰ ਕਿੰਨੇ ਨੇ? 543 ਨੇ। ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਬਣੇ ਸਨ? ਲੋਕ ਸਭਾ ਦੇ ਪਹਿਲੇ ਸਪੀਕਰ ਸਨ ਜੀਵੀ ਮਲਮਕਾਰ, ਪਹਿਲੇ ਸਪੀਕਰ ਸਨ ਲੋਕ ਸਭਾ ਦੇ। ਠੀਕ ਹੈ ਜੀ। ਸੋ ਅਗਰ ਲੈਜਿਸਲੇਟਿਵ ਅਸੈਂਬਲੀ, ਇਹ ਤਾਂ ਹੋ ਗਏ ਜੀ ਦੋ ਹਾਊਸਸ ਆਫ ਪਾਰਲੀਮੈਂਟ ਸੈਂਟਰ ਲੈਵਲ ਦੇ ਵਿੱਚ। ਅਗਰ ਸਟੇਟ ਲੈਵਲ ਦੇ ਵਿੱਚ ਦੋ ਹਾਊਸਸ ਦੀ ਗੱਲ ਕੀਤੀ ਜਾਵੇ ਤਾਂ ਸਟੇਟ ਦੇ ਵਿੱਚ ਦੋ ਹਾਊਸਸ ਹੁੰਦੇ ਨੇ, ਇੱਕ ਲੈਜਿਸਲੇਟਿਵ ਅਸੈਂਬਲੀ ਜਿਸ ਨੂੰ ਕਿਹਾ ਜਾਂਦਾ ਹੈ ਵਿਧਾਨ ਸਭਾ ਕਿਹਾ ਜਾਂਦਾ ਹੈ, ਤੇ ਦੂਸਰਾ ਹੁੰਦਾ ਲੈਜਿਸਲੇਟਿਵ ਕਾਉਂਸਲ ਜਿਸ ਨੂੰ ਕਿਹਾ ਜਾਂਦਾ ਹੈ ਵਿਧਾਨ ਪਰਿਸ਼ਦ। ਇਹ ਦੋ ਹਾਊਸਸ ਹੁੰਦੇ ਨੇ ਕਿੱਥੇ? ਸਾਡੇ ਸਟੇਟ ਦੇ ਵਿੱਚ। ਬਟ ਜੋ ਲੈਜਿਸਲੇਟਿਵ ਕਾਉਂਸਲ ਹੈ ਇਹ ਹਰ ਇੱਕ ਸਟੇਟ ਦੇ ਵਿੱਚ ਨਹੀਂ ਹੁੰਦੀ। ਇਹ ਓਨਲੀ ਤੇ ਓਨਲੀ 6 ਸਟੇਟਸ ਹੈ ਇੰਡੀਆ ਦੀਆਂ ਜਿਨ੍ਹਾਂ ਦੇ ਵਿੱਚ ਲੈਜਿਸਲੇਟਿਵ
ਕੌਂਸਲ ਤੇ ਲੈਜਿਸਲੇਟਿਵ ਅਸੈਂਬਲੀ ਦੋਨੋਂ ਹੀ ਨੇ। ਉਹ ਕਿਹੜੀਆਂ ਨੇ? ਉਹ ਹੈ ਜੀ ਸਾਡੀ ਬਿਹਾਰ, ਯੂਪੀ, ਕਰਨਾਟਕਾ, ਆਂਧਰਾ ਪ੍ਰਦੇਸ਼, ਤੇਲੰਗਾਨਾ। ਸੋ ਇਹਨਾਂ ਦੇ ਵਿੱਚ ਕੀ ਹੈ? ਸਾਡੀ ਲੈਜਿਸਲੇਟਿਵ ਕੌਂਸਲ ਹੈ। ਇੱਕ ਮਹਾਰਾਸ਼ਟਰ ਵੀ ਹੈ। ਠੀਕ ਹੈ ਜੀ, 6 ਨੇ, ਬਿਹਾਰ, ਯੂਪੀ, ਕਰਨਾਟਕਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ। ਓਨਲੀ 6 ਸਟੇਟਸ ਨੇ ਸਾਡੇ ਇੰਡੀਆ ਦੇ ਵਿੱਚ ਜਿਹਦੇ ਕੋਲ ਲੈਜਿਸਲੇਟਿਵ ਕੌਂਸਲ ਹੈ। ਹੁਣ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ? ਕਿਸੇ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਨੇ? ਤਾਂ 500 ਮੈਂਬਰ ਹੋ ਸਕਦੇ ਨੇ। ਅਗਰ ਪੁੱਛਿਆ ਜਾਵੇ ਘੱਟ ਤੋਂ ਘੱਟ ਕਿੰਨੇ ਹੋ ਸਕਦੇ ਨੇ? ਤਾਂ ਘੱਟ ਤੋਂ ਘੱਟ 60 ਮੈਂਬਰ ਹੋ ਸਕਦੇ ਨੇ ਕਿਸੇ ਸਟੇਟ ਦੀ ਵਿਧਾਨ ਸਭਾ ਜਾਂ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਅਗਰ ਲੈਜਿਸਲੇਟਿਵ ਕੌਂਸਲ ਦੀ ਗੱਲ ਪੁੱਛੀ ਜਾਵੇ ਤਾਂ ਲੈਜਿਸਲੇਟਿਵ ਕੌਂਸਲ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ? ਉਸ ਸਟੇਟ ਦੀ ਜਿਹੜੀ ਸਾਡੀ ਲੈਜਿਸਲੇਟਿਵ ਅਸੈਂਬਲੀ ਹੈ ਉਸਦੇ 1/3 ਪਾਰਟ ਦੇ ਬਰਾਬਰ ਮੈਕਸਿਮਮ ਮੈਂਬਰ। ਅਗਰ ਪੁੱਛਿਆ ਜਾਵੇ ਮਿਨੀਮਮ ਮੈਂਬਰ, ਕਿਸੇ ਸਟੇਟ ਦੀ ਲੈਜਿਸਲੇਟਿਵ ਕੌਂਸਲ ਦੇ ਮਿਨੀਮਮ ਮੈਂਬਰ ਹੋ ਸਕਦੇ ਨੇ 40 ਮੈਂਬਰ। ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਚੀਜ਼ਾਂ ਨੇ, ਸੋ ਇਹਨਾਂ ਨੂੰ ਵੀ ਕਰ ਲਿਓ। ਇਸ ਕੁਐਸਚਨ ਦਾ ਆਨਸਰ ਹੋਏਗਾ ਆਪਸ਼ਨ ਬੀ। ਸੋ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੇ, ਥਰਡ ਕੁਐਸਚਨ ਦੇ ਅੱਜ ਦੀ ਸੀਰੀਜ਼ ਦੇ। Which of the following provision of the Constitution did not come into force on the November 26th, 1949? ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀਆਂ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨਸ ਨੇ ਜੋ 26 ਨਵੰਬਰ 1949 ਨੂੰ ਨਹੀਂ ਲਾਗੂ ਕੀਤੀਆਂ ਗਈਆਂ? ਹੁਣ ਸਾਨੂੰ ਪਤਾ ਹੈ ਸਾਡਾ ਸੰਵਿਧਾਨ ਕਦੋਂ ਬਣ ਕੇ ਰੈਡੀ ਹੋਇਆ ਸੀ, ਅਡਾਪਟ ਕਦੋਂ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਕਿ ਸਾਡੇ ਸੰਵਿਧਾਨ ਨੂੰ, ਸਾਡੇ ਕਨਸਟੀਟਿਊਸ਼ਨ ਨੂੰ ਕਦੋਂ ਅਡਾਪਟ ਕੀਤਾ ਗਿਆ ਸੀ? ਤੇ ਇਸ ਨੂੰ ਅਡਾਪਟ ਕੀਤਾ ਗਿਆ ਸੀ 26 ਨਵੰਬਰ 1949 ਨੂੰ। 26 ਨਵੰਬਰ 1949 ਨੂੰ ਸਾਡੇ ਸੰਵਿਧਾਨ ਨੂੰ, ਸਾਡੇ ਕਨਸਟੀਟਿਊਸ਼ਨ ਨੂੰ ਅਡਾਪਟ ਕਰ ਲਿਆ ਗਿਆ ਸੀ। ਇਸ ਨੂੰ ਬਣਨ ਤੇ ਕਿੰਨਾ ਟਾਈਮ ਲੱਗਿਆ ਸੀ? 2 years 11 month and 18 days। ਠੀਕ ਹੈ, 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀ ਸਾਡੇ ਸੰਵਿਧਾਨ ਨੂੰ ਬਣਨ ਨੂੰ। ਇਸ ਨੂੰ ਅਡਾਪਟ ਕੀਤਾ ਗਿਆ 26 ਨਵੰਬਰ 1949 ਨੂੰ। ਇਸ ਨੂੰ ਲਾਗੂ ਨਹੀਂ ਕੀਤਾ ਗਿਆ ਇਸ ਦਿਨ। ਰੀਜ਼ਨ ਇਸ ਦੇ ਪਿੱਛੇ ਕੀ ਹੈ? ਇੱਕ ਹਿਸਟੋਰੀਕਲ ਰੀਜ਼ਨ ਹੈ ਜੋ ਮੈਂ ਆਲਰੇਡੀ ਬਹੁਤ ਵਾਰ ਡਿਸਕਸ ਕਰ ਚੁੱਕੀ ਹਾਂ। ਇਸ ਦਿਨ ਕੁਝ ਕੁ ਕਨਸਟੀਟਿਊਸ਼ਨ ਦੀਆਂ, ਸੰਵਿਧਾਨ ਦੀਆਂ ਕੁਝ ਕੁ ਪ੍ਰੋਵੀਜ਼ਨਸ ਨੂੰ ਲਾਗੂ ਕਰ ਦਿੱਤਾ ਗਿਆ ਸੀ। ਜਿਵੇਂ ਹੋ ਗਿਆ ਸਾਡੀ ਸਿਟੀਜ਼ਨਸ਼ਿਪ ਦੇ ਕੁਝ ਪੁਆਇੰਟਸ, ਸਾਡੀ ਇਲੈਕਸ਼ਨਸ, ਸਾਡੀ ਪ੍ਰੋਵੀਜ਼ਨਸ ਆਫ ਪਾਰਲੀਮੈਂਟ। ਠੀਕ ਹੈ, ਉਹਨਾਂ ਸਭ ਨੂੰ ਲਾਗੂ ਕਰ ਦਿੱਤਾ ਗਿਆ ਸੀ ਕਦੋਂ? 26 ਨਵੰਬਰ 1949 ਨੂੰ। ਜਿਵੇਂ ਮੈਂ ਤੁਹਾਨੂੰ ਦੱਸਿਆ ਪ੍ਰੋਵੀਜ਼ਨਸ ਰਿਲੇਟਿੰਗ ਸਿਟੀਜ਼ਨਸ਼ਿਪ, ਇਹ ਲਾਗੂ ਕਰ ਦਿੱਤੀਆਂ ਗਈਆਂ ਸੀ 26 ਨਵੰਬਰ 1949 ਨੂੰ। ਸਿਟੀਜ਼ਨਸ਼ਿਪ ਕਿਸ ਪਾਰਟ ਦੇ ਅੰਡਰ ਆਉਂਦਾ ਹੈ ਜੀ? ਇਹ ਸਾਡਾ ਪਾਰਟ ਹੈ ਸੈਕਿੰਡ, ਤੇ ਆਰਟੀਕਲ ਕਿੰਨੇ ਨੇ? 5 ਤੋਂ 11 ਆਰਟੀਕਲ ਅੰਡਰ ਆਉਂਦੇ ਨੇ ਸਾਡੇ ਸਿਟੀਜ਼ਨਸ਼ਿਪ ਦੇ। ਇਸ ਤੋਂ ਇਲਾਵਾ ਪ੍ਰੋਵੀਜ਼ਨਸ ਆਫ ਰਿਲੇਟਿੰਗ ਇਲੈਕਸ਼ਨਸ, ਇਹ ਵੀ 26 ਨਵੰਬਰ 1949 ਨੂੰ ਲਾਗੂ ਕਰ ਦਿੱਤੀਆਂ ਗਈਆਂ ਸਨ। ਬਟ ਫੰਡਾਮੈਂਟਲ ਰਾਈਟਸ ਸਾਡੇ 26 ਜਨਵਰੀ 1950 ਨੂੰ ਹੀ ਕੀ ਕੀਤੇ ਗਏ ਸਨ? ਲਾਗੂ ਕੀਤੇ ਗਏ ਸਨ। ਸੋ ਆਪਸ਼ਨ ਸੀ ਇਜ਼ ਅ ਰਾਈਟ ਆਂਸਰ। ਬਹੁਤ ਥੋੜਾ ਪਾਰਟ ਸੀ ਜੋ 26 ਨਵੰਬਰ 1949 ਨੂੰ ਲਾਗੂ ਕੀਤਾ ਗਿਆ ਸੀ। ਬਾਕੀ ਜਿਹੜਾ ਵਾਈਡ ਏਰੀਆ ਸੀ ਸਾਡੇ ਸੰਵਿਧਾਨ ਦਾ, ਪੂਰਾ ਸੰਵਿਧਾਨ ਸਾਡਾ ਕਦੋਂ ਲਾਗੂ ਹੋਇਆ ਸੀ? 26 ਜਨਵਰੀ 1950 ਨੂੰ। ਹੁਣ ਸਾਰਿਆਂ ਦੇ ਦਿਮਾਗ ਦੇ ਵਿੱਚ ਕੁਐਸਚਨ ਆਏਗਾ ਕਿ ਇਸੇ ਦਿਨ ਜਦੋਂ ਇਹ ਦਿਨ ਬਣ ਕੇ ਰੈਡੀ ਹੋ ਗਿਆ ਸੀ, ਅਡਾਪਟ ਕਰ ਲਿਆ ਗਿਆ ਸੀ, ਫਿਰ ਇਸ ਨੂੰ ਕਿਉਂ ਨਹੀਂ ਲਾਗੂ ਕੀਤਾ ਗਿਆ? ਰੀਜ਼ਨ ਕੀ ਸੀ? ਕਿਉਂਕਿ ਹੋਇਆ ਕੀ ਸੀ ਕਿ 26 ਜਨਵਰੀ 1950 ਦੀ ਇੱਕ ਇਤਿਹਾਸਿਕ ਇੰਪੋਰਟੈਂਸ ਸੀ। ਕੀ ਸੀ ਕਿ ਜੋ 1929 ਦਸੰਬਰ ਦੇ ਵਿੱਚ ਇੱਕ ਲਾਹੌਰ ਸੈਸ਼ਨ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ। ਉਸ ਦੇ ਵਿੱਚ ਕਿਹਾ ਗਿਆ, ਮੰਗ ਕੀਤੀ ਗਈ ਸੀ ਪੂਰਨ ਸਵਰਾਜ ਦੀ, ਤੇ ਇਸ ਦਿਨ ਡਿਸਾਈਡ ਕੀਤਾ ਗਿਆ ਸੀ ਕਿ 26 ਜਨਵਰੀ 1930 ਨੂੰ ਆਜ਼ਾਦੀ ਦਾ ਝੰਡਾ ਲਹਿਰਾਇਆ ਜਾਏਗਾ। ਸੋ ਇਸੇ ਹਿਸਟੋਰੀਕਲ ਇੰਪੋਰਟੈਂਸ ਕਰਕੇ ਜੋ ਸਾਡਾ ਸੰਵਿਧਾਨ ਹੈ ਉਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਤੇ ਲਾਸਟ ਜਿਹੜਾ ਸੈਸ਼ਨ ਸੀ, ਜੋ ਲਾਸਟ ਮੀਟਿੰਗ ਸੀ ਕਨਸਟੀਟਿਊਟ ਅਸੈਂਬਲੀ, ਕਿਉਂਕਿ ਸਾਡਾ ਸੰਵਿਧਾਨ ਹੈ, ਸਾਡਾ ਕਨਸਟੀਟਿਊਸ਼ਨ, ਜੋ ਸਾਡਾ ਕਨਸਟੀਟਿਊਸ਼ਨ ਹੈ ਉਹ ਕਨਸਟੀਟਿਊਟ ਅਸੈਂਬਲੀ ਦੇ ਦੁਆਰਾ ਲਿਖਿਆ ਗਿਆ ਸੀ। ਇਸ ਦੀ ਲਾਸਟ ਮੀਟਿੰਗ ਕਦੋਂ ਹੋਈ ਸੀ? 25 ਜਨਵਰੀ 1950 ਨੂੰ ਹੋਈ ਸੀ। ਠੀਕ ਹੈ ਜੀ। ਸੋ ਜਿਹੜਾ ਸਾਡੀ ਕਨਸਟੀਟਿਊਟ ਅਸੈਂਬਲੀ ਹੈ ਇਹ ਕਿਸ ਦੇ ਅੰਡਰ ਬਣੀ ਸੀ? ਇਹ ਬਣੀ ਸੀ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ।
ਤੇ ਕੈਬਨਿਟ ਮਿਸ਼ਨ ਪਲਾਨ 1946 ਨੂੰ ਇੰਡੀਆ ਦੇ ਵਿੱਚ ਆਇਆ ਸੀ। ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਤਿੰਨ ਬੰਦੇ ਸੀ, ਕਿਹੜੇ ਕਿਹੜੇ ਸੀ? ਲਾਰੈਂਸ, ਪੈਥਿਕ ਲਾਰੈਂਸ, ਸਟੈਫਰਡ ਕ੍ਰਿਪਸ ਤੇ ਅਲੈਗਜ਼ੈਂਡਰ। ਠੀਕ ਹੈ ਜੀ, ਤਿੰਨ ਮੈਂਬਰ ਕਮੇਟੀ ਸੀ ਕੈਬਨਿਟ ਮਿਸ਼ਨ 1946 ਜਿਸ ਦੇ ਅੰਡਰ ਸਾਡੀ ਕਨਸਟੀਟਿਊਟ ਅਸੈਂਬਲੀ ਬਣੀ ਸੀ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ, ਰਾਈਟ ਟੂ ਪ੍ਰੋਪਰਟੀ is included which part of the constitution? ਸਭ ਕਹਿੰਦੇ ਜਿਹੜਾ ਰਾਈਟ ਟੂ ਪ੍ਰੋਪਰਟੀ ਹੈ ਜੋ ਸਾਡਾ ਹੁਣ ਲੀਗਲ ਰਾਈਟ ਬਣ ਚੁੱਕਿਆ ਹੈ, ਕਹਿੰਦੇ ਉਹ ਸਾਡੇ ਸੰਵਿਧਾਨ ਦੇ ਕਿਸ ਪਾਰਟ ਦੇ ਵਿੱਚ ਹੈ? ਠੀਕ ਹੈ, ਸਭ ਨੂੰ ਪਤਾ ਹੋਏਗਾ ਕਿ ਜੋ ਜ਼ਮੀਨੀ ਅਧਿਕਾਰ ਹੈ, ਜੋ ਪ੍ਰੋਪਰਟੀ ਰਾਈਟ ਹੈ, ਉਹ ਸਾਡਾ ਪਹਿਲਾਂ ਕੀ ਹੁੰਦਾ ਸੀ? ਪ੍ਰੋਪਰਟੀ ਰਾਈਟ ਵਾਜ਼ ਸਾਡਾ ਫੰਡਾਮੈਂਟਲ ਰਾਈਟ। ਠੀਕ ਹੈ, ਪ੍ਰੋਪਰਟੀ ਰਾਈਟ ਸਾਡਾ ਕੀ ਸੀ? ਫੰਡਾਮੈਂਟਲ ਰਾਈਟ ਸੀ। ਫੰਡਾਮੈਂਟਲ ਰਾਈਟਸ ਦੇ ਵਿੱਚ ਕਿਹੜੇ ਆਰਟੀਕਲ ਆਉਂਦੇ ਨੇ? ਆਰਟੀਕਲ 12 to 35 included in fundamental rights। ਸੋ ਇਹ ਪ੍ਰੋਪਰਟੀ ਰਾਈਟ ਵਾਜ਼ ਫਰਸਟਲੀ ਸਾਡਾ ਕੀ ਸੀ? ਇੱਕ ਫੰਡਾਮੈਂਟਲ ਰਾਈਟ ਸੀ, ਬਟ ਬਾਅਦ ਦੇ ਵਿੱਚ 44th ਅਮੈਂਡਮੈਂਟ, ਠੀਕ ਹੈ ਜੀ, ਕਿਸ ਆਰਟੀਕਲ ਦੇ ਅੰਡਰ ਸੀ ਇਹ? ਆਰਟੀਕਲ 31 ਦੇ ਅੰਡਰ ਸਾਡਾ ਫੰਡਾਮੈਂਟਲ ਰਾਈਟ ਸੀ। ਵਿਦ 44th ਅਮੈਂਡਮੈਂਟ 1978 ਕਹਿੰਦੇ 40ਵੀਂ ਜੋ ਸਾਡੀ ਸੰਵਿਧਾਨਿਕ ਸੋਧ ਹੋਈ ਸੀ 1978 ਦੇ ਵਿੱਚ, ਉਸ ਸਮੇਂ ਸਾਡੀ ਪ੍ਰੋਪਰਟੀ ਰਾਈਟ ਨੂੰ ਐਜ਼ ਅ ਫੰਡਾਮੈਂਟਲ ਰਾਈਟ ਖਤਮ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਕੀ ਬਣਾਇਆ ਗਿਆ ਸੀ? ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ ਸੀ। ਕਿਸ ਆਰਟੀਕਲ ਦੇ ਅੰਡਰ? ਆਰਟੀਕਲ 300A ਦੇ ਅੰਡਰ ਸਾਡੇ ਪ੍ਰੋਪਰਟੀ ਰਾਈਟ ਨੂੰ ਇੱਕ ਲੀਗਲ ਰਾਈਟ ਬਣਾਇਆ ਗਿਆ ਸੀ ਤੇ ਕਿਸ ਪਾਰਟ ਦੇ ਵਿੱਚ ਦਰਜ ਕੀਤਾ ਗਿਆ ਸੀ? 12th ਪਾਰਟ ਆਫ 12 ਦੇ ਵਿੱਚ ਇਸ ਨੂੰ ਐਡ ਕੀਤਾ ਗਿਆ ਸੀ। ਕਿਸ ਨੂੰ? ਸਾਡੀ ਪ੍ਰੋਪਰਟੀ ਰਾਈਟ ਨੂੰ। ਪਹਿਲਾਂ ਕੀ ਸੀ ਸਾਡਾ? ਉਹ ਫੰਡਾਮੈਂਟਲ ਰਾਈਟ ਸੀ। ਸੋ ਫੰਡਾਮੈਂਟਲ ਰਾਈਟਸ ਅਸੀਂ ਕਿਸ ਕੰਟਰੀ ਦੇ ਕਨਸਟੀਟਿਊਸ਼ਨ ਤੋਂ ਅਡਾਪਟ ਕੀਤੇ ਨੇ? USA ਤੋਂ ਅਡਾਪਟ ਕੀਤੇ ਗਏ ਨੇ ਸਾਡੇ ਜੋ ਫੰਡਾਮੈਂਟਲ ਰਾਈਟਸ ਨੇ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, which of the following articles of Indian Constitution deal with the promotion of international peace and security? ਪੁੱਛਿਆ ਗਿਆ ਹੈ ਕਿ ਕਿਹੜਾ ਸਾਡਾ ਸਾਡੇ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ, ਸਾਡੇ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ ਜੋ ਗੱਲ ਕਰਦਾ ਹੈ ਸਾਡੀ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਦੀ। ਠੀਕ ਹੈ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੀ ਪੀਸ, ਸਾਡੀ ਸ਼ਾਂਤੀ ਤੇ ਸਾਡੀ ਸਿਕਿਉਰਿਟੀ ਦੀ ਗੱਲ ਕਿਸ ਆਰਟੀਕਲ ਦੇ ਅੰਡਰ ਕੀਤੀ ਗਈ ਹੈ? ਸਭ ਨੂੰ ਪਤਾ ਹੋਏਗਾ ਇਹ ਗੱਲ ਕੀਤੀ ਗਈ ਹੈ DPSP ਦੇ ਅੰਦਰ, ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਦੇ ਅੰਡਰ। ਤੇ DPSP ਦੇ ਵਿੱਚ ਕਿੰਨੇ ਆਰਟੀਕਲ ਇਨਕਲੂਡ ਨੇ? 36 ਤੋਂ 51 ਆਰਟੀਕਲ। ਮੈਂ ਦੱਸਿਆ ਸੀ ਕਿ ਕੁਝ ਆਰਟੀਕਲ ਇਸ ਦੇ ਇੰਪੋਰਟੈਂਟ ਹੈ, ਜਿਸ ਦੇ ਵਿੱਚੋਂ ਮੈਂ ਤੁਹਾਨੂੰ ਇੱਕ 51 ਆਰਟੀਕਲ ਵੀ ਦੱਸਿਆ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਕਿ ਆਰਟੀਕਲ 15 ਹੈ ਜੋ ਸਾਡੀ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਦੀ ਗੱਲ ਕਰਦਾ ਹੈ। ਜੋ ਸਾਡੇ DPSP ਨੇ ਇਹ ਨॉट ਜਸਟਿਸੇਬਲ ਕਹਿ ਸਕਦੇ ਹੋ ਜਾਂ ਫਿਰ ਨॉट ਇਨਫੋਰਸੇਬਲ ਨੇ। ਠੀਕ ਹੈ, ਨਾ ਹੀ ਇਹ ਜਸਟਿਸੇਬਲ ਨੇ ਤੇ ਨਾ ਹੀ ਇਹ ਇਨਫੋਰਸੇਬਲ ਨੇ। ਇਸ ਦੇ ਵਿੱਚ ਕੁਝ ਤੁਹਾਡੇ ਜੋ ਆਰਟੀਕਲਸ ਨੇ ਇੰਪੋਰਟੈਂਟ ਹੈ, ਜਿਵੇਂ 39A ਆਰਟੀਕਲ ਹੋ ਗਿਆ, 40th ਆਰਟੀਕਲ ਪੰਚਾਇਤ ਦੇ ਰਿਗਾਰਡਿੰਗ ਹੋ ਗਿਆ, 44th ਆਰਟੀਕਲ ਯੂਨੀਵਰਸਲ ਸਿਵਲ ਕੋਡ ਦੇ ਰਿਗਾਰਡਿੰਗ ਹੋ ਗਿਆ, 45 ਆਰਟੀਕਲ 0 ਤੋਂ ਲੈ ਕੇ 6 ਸਾਲ ਦੇ ਬੱਚੇ ਦੀ ਸਟੱਡੀ ਦੇ ਰਿਗਾਰਡਿੰਗ ਹੋ ਗਿਆ, 50th ਆਰਟੀਕਲ ਸੈਪਰੇਸ਼ਨ ਆਫ ਜੁਡੀਸ਼ਰੀ ਐਂਡ ਐਗਜ਼ੀਕਿਊਸ਼ਨ ਹੋ ਗਿਆ ਤੇ 51 ਆਰਟੀਕਲ। ਇਹ ਸਾਰੇ ਆਰਟੀਕਲ ਸਾਰੇ ਦੇ ਸਾਰੇ ਆਰਟੀਕਲ ਇੰਪੋਰਟੈਂਟ ਹੈ। 39 ਆਰਟੀਕਲ ਹੋ ਗਿਆ ਕਿ ਇਕੁਅਲ ਏਡ ਐਂਡ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ, which of the following provisions cannot be amended by simple majority? ਕਹਿੰਦੇ ਸਾਡੇ ਸੰਵਿਧਾਨ ਦੀਆਂ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀਆਂ ਪ੍ਰੋਵੀਜ਼ਨਸ ਨੇ ਜੋ ਸਿੰਪਲ ਮੈਜੋਰਿਟੀ ਦੇ ਨਾਲ ਨਹੀਂ ਪਾਸ ਕੀਤੀਆਂ ਜਾਂਦੀਆਂ? ਠੀਕ ਹੈ, ਤੁਹਾਨੂੰ ਪਤਾ ਹੈ ਕਿ ਸਾਡੀ ਮੈਜੋਰਿਟੀ ਕਿੰਨੇ ਤਰੀਕੇ ਦੀ ਹੁੰਦੀ ਹੈ? 3 ਤਰੀਕੇ ਦੀ ਹੁੰਦੀ ਹੈ। ਕਿਹੜੀ? ਇੱਕ ਹੁੰਦੀ ਹੈ ਸਾਡੀ ਸਿੰਪਲ ਮੈਜੋਰਿਟੀ, ਇੱਕ ਸਾਡੀ ਹੁੰਦੀ ਹੈ ਸਪੈਸ਼ਲ ਮੈਜੋਰਿਟੀ ਤੇ ਇੱਕ ਸਾਡੀ ਹੁੰਦੀ ਹੈ ਐਬਸੋਲੂਟ ਮੈਜੋਰਿਟੀ। ਸਭ ਨੂੰ ਪਤਾ ਹੋਏਗਾ ਜੋ ਸਿੰਪਲ ਤੇ ਐਬਸੋਲੂਟ ਮੈਜੋਰਿਟੀ ਨੇ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਆਰਟੀਕਲ 368 ਪਾਰਟ 20 ਦੇ ਅੰਡਰ ਆਉਂਦੀ ਹੈ। ਠੀਕ ਹੈ, ਬਟ ਸਿੰਪਲ ਮੈਜੋਰਿਟੀ ਇਜ਼ ਨਾਟ ਇਨਕਲੂਡਡ ਇਨ ਕਨਸਟੀਟਿਊਸ਼ਨਲ ਅਮੈਂਡਮੈਂਟ। ਓਕੇ ਜੀ, ਸੋ ਪੁੱਛਿਆ ਗਿਆ ਕਿ ਨੀਚੇ ਦਿੱਤਿਆ ਜੋ ਕਿਹੜੀ ਪ੍ਰੋਵੀਜ਼ਨ ਹੈ ਜਿਹੜੀ ਸਾਡੀ ਸਿੰਪਲ ਮੈਜੋਰਿਟੀ ਦੇ ਨਾਲ ਨਹੀਂ ਡੀਲ ਕਰਦੀ?
सबनों पता होना चाहिए कि किसी भी तरीके की नवी स्टेट कोई इस्टैबलिश करनी है, उसनों रीकनस्ट्रक्ट करना है पुरानिया स्टेट नूं, बाउंडरी नूं आर्टिकल 2 एंड आर्टिकल 3 दे अंडर जिन्नियां भी मॉडिफिकेशन कीतियां जांदियां स्टेट्स दे विच वो सारी दियां सारियां किस नाल कीतियां जांदियां, सिंपल मैजोरिटी दे नाल कीतियां जांदियां। सो ये चीज़ सिंपल मैजोरिटी दे नाल हुंदी है। नैक्सट अबॉलिशन और क्रिएशन ऑफ लैजिस्लेटिव काउंसिल, ये भी पता होना चाहिए कि किसी भी स्टेट दे विच अगर विधान परिषद या लैजिस्लेटिव काउंसिल बनानी है जो उसनों खत्म करना है, ये भी किस मैजोरिटी दे नाल हुंदा है, ये भी साडी सिंपल मैजोरिटी दे नाल ही कीता जांदा है। बट जो साडी डायरैक्टिव प्रिंसीपल ते स्टेट पॉलिसी दे विच जेहड़ियां भी चेंजिस ने ਉਹ ਅਸੀਂ ਸਿੰਪਲ ਮੈਜੋਰਿਟੀ ਦੇ ਨਾਲ ਨਹੀਂ ਕਰ ਸਕਦੇ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਇਸ ਤੋਂ ਇਲਾਵਾ 6th ਸ਼ਡਿਊਲ ਦੇ ਵਿੱਚ ਜਿਹੜੀਆਂ ਐਡਮਿਨਿਸਟ੍ਰੇਸ਼ਨ ਟ੍ਰਾਈਬਲ ਏਰੀਆ ਦੇ ਰਿਗਾਰਡਿੰਗ ਕੁਝ ਪ੍ਰੋਵੀਜ਼ਨਸ ਨੇ ਉਹ ਵੀ ਅਸੀਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਕਰਦੇ ਹਾਂ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡਾ 5th ਤੇ ਸਾਡਾ 6th ਸ਼ਡਿਊਲ ਹੈ ਇਹ ਡੀਲ ਕਿਹਦੇ ਨਾਲ ਕਰਦਾ ਹੈ, ਟ੍ਰਾਈਬਲ ਏਰੀਆਜ਼ ਦੀ ਐਡਮਿਨਿਸਟ੍ਰੇਸ਼ਨ ਤੇ ਉਹਦੇ ਕੰਟਰੋਲ ਨੂੰ। ਠੀਕ ਹੈ ਜੀ। ਤੇ ਜੋ ਸਾਡਾ ਸ਼ਡਿਊਲ 6th ਹੈ ਉਹਦੇ ਵਿੱਚ ਕਿਹੜੀ ਕਿਸ ਕਿਸ ਦੀ ਗੱਲ ਕੀਤੀ ਗਈ ਹੈ, ਇਹਨਾਂ ਨੂੰ ਯਾਦ ਰੱਖਣਾ। ਅਰੁਣਾਚਲ ਪ੍ਰਦੇਸ਼, ਠੀਕ ਹੈ। ਸੋ ਇਸ ਤਰੀਕੇ ਨਾਲ ਯਾਦ ਰੱਖਣ ਦੀ ਕੋਸ਼ਿਸ਼ ਕਰਵਾਈ ਸੀ ਕਿ ਕਿਹੜੀਆਂ ਕਿਹੜੀਆਂ ਨੇ ਜੀ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਿਜ਼ੋਰਮ ਤੇ ਮੇਘਾਲਿਆ। ਠੀਕ ਹੈ, ਇਹ 4 ਸਟੇਟ ਨੇ ਜਿਨ੍ਹਾਂ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਸਾਡੀ असम, त्रिपुरा, मेघालय ते मिजोरम, ये 4 ट्राइबल एरियाज की गल की जाती है शेड्यूल 6 दे विच। नैक्सट क्वेश्चन है जी साडा, कहंदे विच ऑफ द फॉलोइंग आर फीचर्स ऑफ प्रेसिडेंशियल फॉर्म ऑफ गवर्नमेंट। हुण सब नूं पता होएगा कि साडी कंट्री की एक डेमोक्रेटिक फॉर्म ऑफ गवर्नमेंट है। ठीक है जी, डेमोक्रेटिक फॉर्म ऑफ गवर्नमेंट है। मतलब डेमोक्रेटिक की हुंदी है कि लोकां दी सरकार लोकां द्वारा चुनी गई लोकां दे लई। सो साडी एक लोकतंत्र सरकार है। हुण डेमोक्रेसी भी 2 तरीके दी हुंदी है, एक डायरैक्ट डेमोक्रेसी हुंदी है, एक इनडायरैक्ट डेमोक्रेसी हुंदी है। इस तो इलावा जिहड़ियां गवर्नमेंट फॉर्म ऑफ गवर्नमेंट ने वो भी 2 तरीके दी हुंदियां, एक प्रेसिडेंशियल फॉर्म ऑफ गवर्नमेंट ते एक पार्लीमेंटरी फॉर्म ऑफ गवर्नमेंट। ते साडी किहड़ी है, साडी है जी पार्लीमेंटरी फॉर्म ऑफ गवर्नमेंट, जिहदे विच पार्लीमेंट सब तो उपर है। बट इत्थे पूछा गया है कि प्रेसिडेंशियल फॉर्म ऑफ गवर्नमेंट दियां फीचर्स दसो। प्रेसिडेंशियल फॉर्म ऑफ गवर्नमेंट सानू कित्थे मिलदी है, ये सानू मिलदी है जी यूएसए दे विच। सो देखांगे प्रेसिडेंशियल फॉर्म ऑफ गवर्नमेंट दे विच की हुंदा है। मैं सिंपल वर्ड्स दे विच दस दिंदी हां कि जो प्रेसिडेंशियल फॉर्म ऑफ गवर्नमेंट है उहदे विच सारे डिसीजन साडे इत्थे प्राइम मिनिस्टर वल्लों लए जांदे ने, ते जो प्रेसिडेंशियल फॉर्म ऑफ गवर्नमेंट है उस दे विच सारे डिसीजन सब कुछ किदे द्वारा किया जाता, मन्नी की जाती है प्रेसिडेंट दी। सो पहली है जी कहते प्रेसिडेंट इज बोथ द हैड ऑफ स्टेट एंड हैड ऑफ गवर्नमेंट। कहते जी प्रेसिडेंशियल फॉर्म ऑफ गवर्नमेंट हुंदी है उहदे विच स्टेट ते एज वेल एज जो साडी गवर्नमेंट है उहदा हैड प्रेसिडेंट हुंदा है। जे असीं इंडिया की गल करिए तो इंडिया दे विच पार्लीमेंट फॉर्म ऑफ गवर्नमेंट है। इत्थे जो स्टेट ऑफ हैड ऑफ स्टेट है दैट इज प्रेसिडेंट एंड हेड ऑफ गवर्नमेंट इज अ प्राइम मिनिस्टर। सो पहली प्रोविजन बिल्कुल सही है किदे अकॉर्डिंग, प्रेसिडेंट फॉर्म ऑफ गवर्नमेंट दे। नेक्स्ट है प्रेसिडेंट इज इलैक्टेड बाय इलैक्टोरल कॉलेज फॉर अ फिक्स्ड टेन्योर ऑफ 4 ईयर्स। कहते जिहड़ा प्रेसिडेंशियल फॉर्म ऑफ गवर्नमेंट है ना, इत्थे जिहड़ा प्रेसिडेंट है एक इलैक्टोरल कॉलेज के द्वारा चुनिया जाता है। ठीक है, एक इलैक्टोरल कॉलेज बनाया जाता है जिहदे विच इलैक्शनस करवाइयां जांदियां प्रेसिडेंट दियां, ते इहदा फिक्स्ड टेन्योर कितना हुंदा है 4 साल। साडी पार्लीमेंट फॉर्म ऑफ गवर्नमेंट दे विच प्रेसिडेंट दी जिहड़ी इलैक्शन है करवाइयां जांदियां, इनडायरैक्टली इलैक्ट करवाया जाता है। ਤੇ ਉਹਦੀ ਇਲੈਕਸ਼ਨ ਦੇ ਵਿੱਚ ਕੌਣ-ਕੌਣ ਪ੍ਰੈਜ਼ੀਡੈਂਟ ਪਾਰਟਿਸਿਪੇਟ ਕਰਦਾ ਹੈ, ਇਲੈਕਟਡ ਮੈਂਬਰ ਆਫ ਲੋਕ ਸਭਾ, ਰਾਜ ਸਭਾ, ਇਲੈਕਟਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਇਲੈਕਟਡ ਮੈਂਬਰ ਆਫ ਯੂਟੀਸ ਵਿੱਚ ਯੂਟੀਸ ਦਿੱਲੀ, ਪੌਂਡੀਚੇਰੀ ਤੇ ਜੰਮੂ ਕਸ਼ਮੀਰ। ਸੋ ਉਹ 5 ਸਾਲ ਲਈ ਚੁਣਿਆ ਜਾਂਦਾ ਹੈ, ਪ੍ਰੈਜ਼ੀਡੈਂਟ ਫਾਰਮ ਆਫ ਗਵਰਨਮੈਂਟ ਦੇ ਵਿੱਚ 4 ਸਾਲ ਦੇ ਲਈ। ਨੈਕਸਟ ਹੈ ਪ੍ਰੈਜ਼ੀਡੈਂਟ ਐਂਡ ਹਿਜ਼ ਸੈਕਟਰੀਜ਼ ਆਰ ਨਾਟ ਰਿਸਪੌਂਸਿਬਲ ਟੂ ਦ ਕਾਂਗਰਸ फॉर देयर एक्ट। कहते जो प्रेसिडेंट होंगे ने तो वो सैक्रटरीज होंगे ने किसी तरीके का एक्शन लैन वो रिस्पॉन्सिबल नहीं होंगे। सो ये तीनों दियां तीनों जिहड़ियां प्रोविजनस ने ये प्रेसिडेंट फॉर्म ऑफ गवर्नमेंट के लिए की करते हैं, एप्रोप्रिएट ने, सही ने।
ਨੈਕਸਟ ਹੈ ਇਟ ਡਸ ਨਾਟ ਪ੍ਰੋਵਾਈਡ ਅ ਸਟੇਬਲ ਗਵਰਨਮੈਂਟ। ਇਹ ਤਾਂ ਗਲਤ ਹੈ ਬਈ, ਕੋਈ ਵੀ ਸਰਕਾਰ ਬਣਾਈ ਜਾਂਦੀ ਹੈ ਸਟੇਬਲ ਗਵਰਨਮੈਂਟ ਪ੍ਰੋਵਾਈਡ ਕਰਨ ਲਈ ਹੀ ਬਣਾਈ ਜਾਂਦੀ ਹੈ। ਸੋ ਆਪਸ਼ਨ ਸੀ ਇਜ਼ ਅ ਰਾਈਟ ਆਂਸਰ ਕਿ ਪਹਿਲੀਆਂ 3 ਪ੍ਰੋਵੀਜ਼ਨਸ ਨੇ ਜੋ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਰਿਗਾਰਡਿੰਗ ਕੀ ਨੇ, ਸਹੀ ਨੇ, ਠੀਕ ਹੈ, ਐਕੂਰੇਟ ਹੈ। ਸੋ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, in whose name all executive action of the government of India are taken। ਕਹਿੰਦੇ ਜਿੰਨੇ ਵੀ ਐਗਜ਼ੀਕਿਊਟਿਵ ਜਾਂ ਐਗਜ਼ੈਕਟਿਵ ਐਕਸ਼ਨਸ ਨੇ ਸਾਡੀ ਕੰਟਰੀ ਦੇ, ਜਿਵੇਂ ਅਲੱਗ-ਅਲੱਗ ਤਰੀਕੇ ਦੀ ਕੀ ਕਰਵਾਉਣੀਆਂ, ਅਪਾਇੰਟਮੈਂਟ ਕਰਵਾਉਣੀਆਂ। ਕਿਹਨਾਂ ਦੀ ਅਪਾਇੰਟਮੈਂਟ ਕਰਵਾਉਣੀਆਂ, ਜਿਵੇਂ ਪ੍ਰਾਈਮ ਮਿਨਿਸਟਰ ਦੀ ਅਪਾਇੰਟਮੈਂਟ ਹੋ ਗਈ, ਕਾਉਂਸਿਲ ਆਫ ਮਿਨਿਸਟਰਸ ਦੀ ਅਪਾਇੰਟਮੈਂਟ ਹੋ ਗਈ, ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜਿਸ ਦੀ ਹੋ ਗਈ, ਚੀਫ ਜਸਟਿਸ ਆਫ ਇੰਡੀਆ ਹੋ ਗਿਆ, ਸਾਡੇ UPSC ਦੇ ਮੈਂਬਰ ਹੋ ਗਏ, ਅਟਾਰਨੀ ਜਨਰਲ ਹੋ ਗਏ, ਸਾਡੇ ਕੈਗ ਹੋ ਗਏ। ਇਹਨਾਂ ਸਭ ਦੀਆਂ ਅਪਾਇੰਟਮੈਂਟ ਜਾਂ ਜਿੰਨੇ ਵੀ ਐਗਜ਼ੀਕਿਊਟਿਵ ਐਕਸ਼ਨਸ ਨੇ ਉਹ ਕਿਸ ਦੇ ਨਾਮ ਦੇ ਅੰਦਰ ਲਏ ਜਾਂਦੇ ਨੇ, ਸਭ ਨੂੰ ਪਤਾ ਹੋਏਗਾ। ਆਪਸ਼ਨ ਏ ਇਜ਼ ਅ ਰਾਈਟ ਆਂਸਰ, ਪ੍ਰੈਜ਼ੀਡੈਂਟ ਦੇ ਨਾਮ ਦੇ ਉੱਤੇ ਲਏ ਜਾਂਦੇ ਨੇ। ਤੇ ਸਭ ਨੂੰ ਪਤਾ ਹੋਏਗਾ ਕਿ ਆਰਟੀਕਲ 52 ਕੀ ਕਹਿੰਦਾ ਹੈ ਕਿ ਸਾਡੀ ਕੰਟਰੀ ਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੋਏਗਾ ਹੀ ਹੋਏਗਾ, ਦੇयर ਸ਼ੈਲ ਬੀ ਅ ਪ੍ਰੈਜ਼ੀਡੈਂਟ ਇਨ ਇੰਡੀਆ। ਤੇ ਸਾਨੂੰ ਪਤਾ ਹੈ ਕਿ ਇਹ ਤਾਂ ਹੋ ਗਈ ਐਗਜ਼ੈਕਟਿਵ ਪਾਵਰਸ ਆਫ ਅ ਪ੍ਰੈਜ਼ੀਡੈਂਟ। ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਕੋਲ ਡਿਪਲੋਮੈਟਿਕ ਪਾਵਰਸ ਵੀ ਹੁੰਦੀਆਂ ਨੇ। ਡਿਪਲੋਮੈਟਿਕ ਪਾਵਰਸ ਕੀ ਹੁੰਦੀਆਂ ਕਿ ਕਿਸੇ ਜਿੰਨੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਟ੍ਰੀਟੀਜ਼ ਹੁੰਦੀਆਂ ਨੇ ਉਹ ਕਿਸ ਦੇ ਦੁਆਰਾ ਕੀਤੀਆਂ ਜਾਂਦੀਆਂ, ਸਾਡੇ ਪ੍ਰੈਜ਼ੀਡੈਂਟ ਦੇ ਦੁਆਰਾ। ਕੁਝ ਲੈਜਿਸਲੇਟਿਵ ਪਾਵਰਸ ਹੁੰਦੀਆਂ ਨੇ। ਇਸ ਤੋਂ ਇਲਾਵਾ ਉਹਦੇ ਕੋਲ ਕੁਝ ਜੁਡੀਸ਼ੀਅਲ ਪਾਵਰ ਹੁੰਦੀਆਂ ਨੇ। ਜੁਡੀਸ਼ੀਅਲ ਪਾਵਰ ਕਿਹੜੀਆਂ ਹੁੰਦੀਆਂ, ਜਿਹੜੀਆਂ ਪਾਰਡਨ ਪਾਵਰਸ, ਪਾਰਡਨ ਪਾਵਰ ਕਿਸ ਦੇ ਅੰਡਰ, ਆਰਟੀਕਲ 72 ਦੇ ਅੰਡਰ ਹੈ। ਇਹ ਸੈਂਟੈਂਸ ਟੂ ਡੈਥ ਵੀ ਮਾਫ ਕਰ ਦਿੰਦੇ ਨੇ, ਠੀਕ ਹੈ। ਸੈਂਟੈਂਸ ਟੂ ਡੈਥ ਵੀ ਮਾਫ ਕੀਤਾ ਜਾਂਦਾ ਹੈ ਕਿਸ ਦੇ ਦੁਆਰਾ, ਪ੍ਰੈਜ਼ੀਡੈਂਟ ਦੇ ਦੁਆਰਾ। ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਇਹਨਾਂ ਕੋਲ ਡਿਫੈਂਸ ਪਾਵਰ ਵੀ ਹੁੰਦੀਆਂ ਨੇ। ਡਿਫੈਂਸ ਪਾਵਰ ਦਾ ਮਤਲਬ ਕਿ ਇਹ ਜੋ ਸੁਪਰੀਮ ਕਮਾਂਡਰ ਹੁੰਦੇ ਨੇ, ਇਸਦੇ ਸੁਪਰੀਮ ਕਮਾਂਡਰ ਆਫ ਡਿਫੈਂਸ ਫੋਰਸਿਸ, ਜਿੰਨੇ ਵੀ ਡਿਫੈਂਸ ਫੋਰਸਿਸ ਨੇ, ਜਿਵੇਂ ਸਾਡੇ ਏਅਰ ਫੋਰਸ ਹੋ ਗਈ, ਨੇਵੀ ਹੋ ਗਈ, ਆਰਮੀ ਹੋ ਗਈ, ਉਹਨਾਂ ਦੇ ਸੁਪਰੀਮ ਕਮਾਂਡਰ ਕੌਣ ਹੁੰਦੇ ਨੇ, ਸਾਡੇ ਪ੍ਰੈਜ਼ੀਡੈਂਟ ਹੁੰਦੇ ਨੇ। ਤੇ ਸੁਪਰੀਮ ਕਮਾਂਡਰ ਹੀ ਇਹਨਾਂ ਫੋਰਸਿਸ ਦੇ ਚੀਫਸ ਨੂੰ ਕੀ ਕਰਦੇ ਨੇ, ਅਪਾਇੰਟ ਕਰਦੇ ਨੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਨੇ ਜੀ ਕਿਹਦੀਆਂ, ਸਾਡੇ ਪ੍ਰੈਜ਼ੀਡੈਂਟ ਦੀਆਂ। ਨੈਕਸਟ ਕੁਐਸਚਨ ਹੈ, ਕਹਿੰਦੇ ਅੰਡਰ ਵਿਚ ਆਰਟੀਕਲ ਆਫ ਕਨਸਟੀਟਿਊਸ਼ਨ the president is empowered to consult the supreme court। ਕਹਿੰਦੇ ਕਿਸ ਆਰਟੀਕਲ, ਇਹ ਕੁਐਸਚਨ ਦੋ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ। ਇੱਕ ਤਾਂ ਜਿਵੇਂ ਉਹਨੇ ਪੁੱਛਿਆ, ਕੀ ਪੁੱਛਿਆ, ਕਹਿੰਦੇ ਕਿਹੜੇ ਆਰਟੀਕਲ ਦੇ ਅੰਡਰ ਜੇਕਰ ਪ੍ਰੈਜ਼ੀਡੈਂਟ ਨੂੰ ਲੋੜ ਪਵੇ ਐਡਵਾਈਸ ਦੀ, ਸਲਾਹ ਦੀ, ਤਾਂ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ। ਕਿਸ ਆਰਟੀਕਲ ਦੇ ਅੰਡਰ ਲੈ ਸਕਦਾ ਹੈ ਜੀ, ਇਹ ਹੈ ਜੀ ਸਾਡਾ ਆਰਟੀਕਲ 143 ਜਾਂ ਇਹ ਕੁਐਸਚਨ ਆ ਸਕਦਾ ਹੈ ਕਿ ਇੱਕ ਤਾਂ ਇਹ ਹੀ ਕਿ ਜਿਹੜੀ ਪ੍ਰੈਜ਼ੀਡੈਂਟ ਹੈ ਅਗਰ ਉਸਨੂੰ ਐਡਵਾਈਸ ਲੈਣੀ ਹੈ ਤਾਂ ਕਿਸ ਆਰਟੀਕਲ ਦੇ ਅੰਡਰ ਲਏਗਾ, ਸੁਪਰੀਮ ਕੋਰਟ ਤੋਂ 143। ਇਸ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਦੀ ਜੋ ਐਡਵਾਈਜ਼ਰੀ ਯੂਰਿਸਡਿਕਸ਼ਨ ਹੈ, ਐਡਵਾਈਜ਼ਰੀ ਯੂਰਿਸਡਿਕਸ਼ਨ ਹੈ ਉਹ ਕਿਸ ਆਰਟੀਕਲ ਦੇ ਅੰਡਰ ਹੈ, ਉਹ ਹੈ ਜੀ 143 ਆਰਟੀਕਲ ਦੇ ਅੰਡਰ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੀ ਜੋ ਓਰੀਜਨਲ ਯੂਰਿਸਡਿਕਸ਼ਨ ਹੈ, ਜੋ ਓਰੀਜਨਲ ਯੂਰਿਸਡਿਕਸ਼ਨ ਹੈ, ਜਿਵੇਂ ਫੰਡਾਮੈਂਟਲ ਰਾਈਟਸ ਦੇ ਰਿਗਾਰਡਿੰਗ ਹੋ ਗਿਆ, ਜਾਂ ਫਿਰ ਇੰਟਰਸਟੇਟ ਕਾਉਂਸਿਲ, ਇੰਟਰਸਟੇਟ ਦੇ ਕਨਫਲਿਕਟਸ ਹੋ ਗਏ, ਇਹ ਓਰੀਜਨਲ ਯੂਰਿਸਡਿਕਸ਼ਨ ਆਰਟੀਕਲ 131 ਆਰਟੀਕਲ ਦੇ ਅੰਦਰ ਆਉਂਦੀ ਹੈ ਸੁਪਰੀਮ ਕੋਰਟ। ਤੇ ਸੁਪਰੀਮ ਕੋਰਟ ਦਾ ਆਰਟੀਕਲ ਕਿਹੜਾ ਜੀ, 124, ਠੀਕ ਹੈ, 124। ਆਰਟੀਕਲ 32 ਕੀ ਕਹਿੰਦਾ, ਆਰਟੀਕਲ 32 ਦੇ ਅੰਡਰ ਸੁਪਰੀਮ ਕੋਰਟ ਕੋਲ ਕਿਹੜੀ ਯੂਰਿਸਡਿਕਸ਼ਨ ਹੈ, ਰਿਟ ਯੂਰਿਸਡਿਕਸ਼ਨ ਹੈ। ਰਿਟ ਜਾਰੀ ਕਰਨ ਦੇ ਕਿਸ ਰਿਗਾਰਡਿੰਗ, ਫੰਡਾਮੈਂਟਲ ਰਾਈਟਸ ਦੇ। ਕਿੰਨੇ ਤਰੀਕੇ ਦੀਆਂ, 5 ਤਰੀਕੇ ਦੀਆਂ ਰਿਟ, ਕਿਹੜੀਆਂ ਕਿਹੜੀਆਂ, ਹੈਬਿਸ ਕਾਰਪਸ, ਮੈਂਡੇਮਸ, ਸਰਸਰੀ, ਪ੍ਰੋਹਿਬਿਸ਼ਨ ਐਂਡ ਕਿਊ ਵਾਰੰਟੋ। 5 ਤਰੀਕੇ ਦੀਆਂ ਰਿਟਸ ਯੂਰਿਸਡਿਕਸ਼ਨ ਕਿਸ ਆਰਟੀਕਲ ਦੇ ਅੰਡਰ ਹੈ, ਆਰਟੀਕਲ 32। ਸੋ ਸਾਡਾ ਨੈਕਸਟ ਕੁਐਸਚਨ ਹੈ, ਕਹਿੰਦੇ ਇਨ ਵਿਚ ਈਅਰ ਵਾਸ ਫਰਸਟ ਇੰਟਰਸਟੇਟ ਕਾਉਂਸਿਲ ਫਾਰਮ। ਕਹਿੰਦੇ ਕਿਹੜੇ ਸਾਲ ਦੇ ਵਿੱਚ ਪਹਿਲੀ ਇੰਟਰਸਟੇਟ ਕਾਉਂਸਿਲ ਬਣੀ ਸੀ, ਕਿਸ ਸਾਲ ਦੇ ਅੰਡਰ ਫਰਸਟ ਇੰਟਰਸਟੇਟ ਕਾਉਂਸਿਲ ਬਣੀ ਸੀ, ਤਾਂ ਆਨਸਰ ਹੋਏਗਾ ਆਪਸ਼ਨ ਡੀ 1990 ਦੇ ਅੰਦਰ, ਠੀਕ ਹੈ ਜੀ। ਕਿਸ ਕਮਿਸ਼ਨ ਦੇ ਅੰਡਰ, ਸਰਕਾਰੀਆ ਕਮਿਸ਼ਨ। ਸਰਕਾਰੀਆ ਕਮਿਸ਼ਨ ਦੀ ਰਿਪੋਰਟ ਦੇ ਅੰਡਰ ਪਹਿਲੀ ਇੰਟਰਸਟੇਟ ਕਾਉਂਸਿਲ ਕਦੋਂ ਬਣੀ ਸੀ, 1990 ਦੇ ਵਿੱਚ ਬਣੀ ਸੀ। 1990 ਦੇ ਵਿੱਚ ਹੀ ਜੋ ਸਾਡਾ ਹਰੀਕੇ ਵੈਟਲੈਂਡ ਹੈ ਉਸ ਨੂੰ ਰਾਮਸਰ ਸਾਈਟ ਬਣਾਇਆ ਗਿਆ ਸੀ ਪੰਜਾਬ ਦੀ। ਪੰਜਾਬ ਦੇ ਵਿੱਚ ਕਿੰਨੀਆਂ ਰਾਮਸਰ ਸਾਈਟ ਹੈ, 6 ਰਾਮਸਰ ਸਾਈਟ ਹੈ।
ਇੱਕ ਹਰੀਕੇ ਵੈਟਲੈਂਡ ਹੋ ਗਿਆ, ਰੋਪੜ ਹੋ ਗਿਆ, ਕੰਚਲੀ ਵੈਟਲੈਂਡ ਹੋ ਗਿਆ ਜੋ ਕਪੂਰਥਲਾ ਦੇ ਵਿੱਚ ਹੈ, ਨੰਗਲ ਵੈਟਲੈਂਡ ਹੋ ਗਿਆ, ਕੇਸ਼ਵਪੁਰ ਮਿਨਾਨੀ ਹੋ ਗਿਆ, ਤੇ ਸਾਡਾ ਇੱਕ ਹੈ ਜੀ ਬਿਆਸ ਕੰਜ਼ਰਵੇਸ਼ਨ। ਇਹ ਸਾਰੇ ਦੇ ਸਾਰੇ ਰਾਮਸਰ ਸਾਈਟਸ ਨੇ ਸਾਡੇ ਪੰਜਾਬ ਦੀਆਂ। ਸੋ ਨੈਕਸਟ ਕੁਐਸਚਨ ਹੈ which amendment facilitated the appointment of same person as governor for 2 or more state? ਕਹਿੰਦੇ ਉਹ ਕਿਹੜੀ ਸੰਵਿਧਾਨਿਕ ਸੋਧ ਹੋਈ ਸੀ ਸਾਡੇ ਸੰਵਿਧਾਨ ਦੇ ਵਿੱਚ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਗਵਰਨਰ 2 ਸਟੇਟ ਦਾ ਗਵਰਨਰ ਹੋ ਸਕਦਾ ਹੈ। ਠੀਕ ਹੈ, ਤੇ ਇਹ ਗੱਲ ਕਹੀ ਗਈ ਸੀ ਆਪਸ਼ਨ ਬੀ 7th ਕਨਸਟੀਟਿਊਸ਼ਨਲ ਅਮੈਂਡਮੈਂਟ ਜੋ ਕਦੋਂ ਹੋਈ ਸੀ 1956 ਦੇ ਵਿੱਚ। ਠੀਕ ਹੈ ਜੀ, 1956 ਦੇ ਵਿੱਚ ਹੋਈ ਸੀ। ਅਗਰ ਆਪਾਂ ਹੋਰ ਗੱਲ ਕਰੀਏ 7th ਕਨਸਟੀਟਿਊਸ਼ਨਲ ਅਮੈਂਡਮੈਂਟ ਦੀ ਤਾਂ ਇਹੀ ਅਮੈਂਡਮੈਂਟ ਸਾਡੀ ਇਸ ਦੇ ਅੰਡਰ ਹੋਈ ਸੀ ਲੈਂਗੁਏਜ ਸਟੇਟ ਰੀਆਰਗੇਨਾਈਜੇਸ਼ਨ ਔਨ ਲੈਂਗੁਏਜ ਬੇਸ। ਠੀਕ ਹੈ ਜੀ, ਜਾਂ ਕਹਿ ਦੋ ਸਟੇਟ ਰੀਆਰਗੇਨਾਈਜੇਸ਼ਨ ਐਕਟ, ਰੀਆਰਗੇਨਾਈਜੇਸ਼ਨ ਸਟੇਟ ਰੀਆਰਗੇਨਾਈਜੇਸ਼ਨ ਐਕਟ ਔਨ ਦਾ ਲੈਂਗੁਏਜ ਬੇਸਿਸ ਦੇ ਕਿਸ ਅਮੈਂਡਮੈਂਟ ਹੋਈ ਸੀ 7th ਅਮੈਂਡਮੈਂਟ 1956 ਜਿਸ ਦੇ ਅੰਦਰ ਫਜ਼ਲ ਅਲੀ ਕਮਿਸ਼ਨ ਨੇ ਆਪਣੀ ਰਿਪੋਰਟ ਦਰਜ ਕਰਵਾਈ ਸੀ ਤੇ ਕਿਹਾ ਸੀ ਕਿ 16 ਸਟੇਟ ਤੇ 3 ਯੂਟੀਸ ਬਣਾ ਦਿਓ, ਬਟ ਆਫਟਰ ਦੈਟ 14 ਸਟੇਟ ਤੇ 6 ਯੂਟੀਸ ਬਣੀਆਂ ਸੀ ਔਨ ਅ ਲੈਂਗੁਏਜ ਬੇਸ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ what is the minimum strength of legislative assembly? ਕਿ legislative assembly ਦੀ ਘੱਟ ਤੋਂ ਘੱਟ ਕਿੰਨੇ ਮੈਂਬਰ ਹੋ ਸਕਦੇ ਨੇ, ਮਿਨੀਮਮ ਸਟਰੈਂਥ ਕਿੰਨੀ ਹੋ ਸਕਦੀ ਹੈ, ਇਹ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓਗੇ ਬਿਕਾਜ਼ ਮੈਂ ਪ੍ਰੀਵੀਅਸ ਕੁਐਸਚਨ ਦੇ ਵਿੱਚ ਤੁਹਾਨੂੰ ਡਿਸਕਸ ਕਰਵਾ ਚੁੱਕੀ ਹਾਂ। ਨੈਕਸਟ ਕੁਐਸਚਨ ਹੈ which of the following UTs have legislative assembly? ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਯੂਟੀਸ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਿਨ੍ਹਾਂ ਦੇ ਕੋਲ ਲੈਜਿਸਲੇਟਿਵ ਵਿਧਾਨ ਸਭਾ ਹੈਗੀ ਹੈ, ਉਹੀ ਯੂਟੀਸ ਦੀ ਰਿਪਰੈਜ਼ੈਂਟੇਸ਼ਨ ਵੀ ਹੁੰਦੀ ਹੈ, ਉਨਾ ਹੀ ਯੂਟੀਸ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਕਿੱਥੇ ਸਾਡੀ ਰਾਜ ਸਭਾ ਜਾਂ ਸਾਡੀ ਲੋਕ ਸਭਾ ਦੇ ਵਿੱਚ। ਠੀਕ ਹੈ, ਉਹ ਕਿਹੜੀਆਂ ਯੂਟੀਸ ਨੇ ਦੇਖੋ ਜੰਮੂ ਐਂਡ ਕਸ਼ਮੀਰ ਹੁਣ ਬਣੀ ਹੈ, ਦਿੱਲੀ ਵੀ ਸੀ, ਪੌਂਡੀਚੇਰੀ ਵੀ ਸੀ। ਸੋ ਆਪਸ਼ਨ ਡੀ ਇਜ਼ ਅ ਰਾਈਟ ਆਨਸਰ, ਆਲ ਆਫ ਦਾ ਅਬਵ। ਜੰਮੂ ਕਸ਼ਮੀਰ, ਦਿੱਲੀ ਤੇ ਪੌਂਡੀਚੇਰੀ ਇਹਨਾਂ ਤਿੰਨਾਂ ਦੇ ਕੋਲ ਹੀ ਕੀ ਹੈ ਸਾਡੀ ਲੈਜਿਸਲੇਟਿਵ ਅਸੈਂਬਲੀ ਹੈ। ਨੈਕਸਟ ਕੁਐਸਚਨ ਹੈ ਕਹਿੰਦੇ what is authorized to remove the chief election commissioner? ਕਹਿੰਦੇ ਜੋ ਚੀਫ ਇਲੈਕਸ਼ਨ ਕਮਿਸ਼ਨਰ ਹੈ ਉਸ ਨੂੰ ਕਿਵੇਂ ਰਿਮੂਵ ਕੀਤਾ ਜਾਂਦਾ ਹੈ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ, ਬਟ ਇਸ ਨੂੰ ਰਿਮੂਵ ਕਿਵੇਂ ਕੀਤਾ ਜਾਂਦਾ ਹੈ। The president on the basis of resolution passes to that effect by both houses of parliament with special majority। ਜਿਵੇਂ ਇੱਕ ਸੁਪਰੀਮ ਕੋਰਟ ਦੇ ਜੱਜ ਨੂੰ ਰਿਮੂਵ ਕੀਤਾ ਜਾਂਦਾ ਹੈ ਉਵੇਂ ਹੀ ਇੱਕ ਪ੍ਰੈਜ਼ੀਡੈਂਟ ਸਾਡੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਕੀ ਕੀਤਾ ਜਾਂਦਾ ਹੈ ਰਿਮੂਵ ਕੀਤਾ ਜਾਂਦਾ ਹੈ। ਸੋ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਆਪਾਂ ਕਿਵੇਂ ਰਿਮੂਵ ਕਰ ਸਕਦੇ ਇੱਕ ਔਨ ਦਾ ਰਿਕਮੈਂਡੇਸ਼ਨ ਆਫ ਪ੍ਰੈਜ਼ੀਡੈਂਟ। ਠੀਕ ਹੈ, ਤੇ ਇੱਕ ਰੈਜ਼ੋਲੂਸ਼ਨ ਪਾਸ ਕਰਵਾਇਆ ਜਾਂਦਾ ਦੋਨਾਂ ਹਾਊਸਸ ਦੇ ਵਿੱਚ ਕਿਸ ਮੈਜੋਰਿਟੀ ਦੇ ਨਾਲ ਸਪੈਸ਼ਲ ਮੈਜੋਰਿਟੀ ਦੇ ਨਾਲ, ਫਿਰ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਕੀ ਕੀਤਾ ਜਾਂਦਾ ਹੈ ਰਿਮੂਵ ਕੀਤਾ ਜਾਂਦਾ। ਹੁਣ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡਾ ਜਿੰਨੀਆਂ ਵੀ ਇਲੈਕਸ਼ਨਸ ਹੁੰਦੀਆਂ ਨੇ ਚਾਹੇ ਉਹ ਲੋਕ ਸਭਾ ਚਾਹੇ ਉਹ ਰਾਜ ਸਭਾ ਦੀਆਂ ਹੋਣ ਚਾਹੇ ਲੈਜਿਸਲੇਟਿਵ ਅਸੈਂਬਲੀ ਦੀਆਂ ਹੋਣ ਚਾਹੇ ਲੈਜਿਸਲੇਟਿਵ ਕਾਉਂਸਲ ਦੀਆਂ, ਇਹ ਸਾਰੀਆਂ ਦੀਆਂ ਸਾਰੀਆਂ ਕਿਹਦੇ ਅੰਦਰ ਕਰਵਾਈਆਂ ਜਾਂਦੀਆਂ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਦੇ ਦੁਆਰਾ। ਨੈਕਸਟ ਕੁਐਸਚਨ ਹੈ ਕਹਿੰਦੇ what is the maximum age till which UPSC chairman and members can hold office? ਕੁਐਸਚਨ ਪੁੱਛਿਆ ਗਿਆ ਹੈ ਕਿ ਜਿਹੜੇ ਸਾਡੇ UPSC ਦੇ ਮੈਂਬਰ ਨੇ ਉਹ ਕਦੋਂ ਰਿਟਾਇਰ, ਕਿੰਨੀ ਉਮਰ ਉਹਦੇ ਚੇਅਰਮੈਨ ਤੇ ਉਹਦੇ ਜਿਹੜੇ ਮੈਂਬਰ ਨੇ ਟਿਲ ਕਿੰਨੀ ਉਮਰ ਤੱਕ ਆਪਣਾ ਆਫਿਸ ਹੋਲਡ ਕਰ ਸਕਦੇ ਨੇ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ 65। ਜੋ ਸਾਡੇ ਸੁਪਰੀਮ ਕੋਰਟ ਦਾ ਜੱਜ ਹੈ ਉਹ ਵੀ 65 ਈਅਰ ਤੱਕ ਹੀ ਰਿਟਾਇਰ ਹੋ ਸਕਦਾ ਹੈ, ਹਾਈ ਕੋਰਟ ਦੇ ਜੱਜ 62 ਈਅਰਸ। ਠੀਕ ਹੈ ਜੀ, ਹੋਪਫੁਲੀ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਏਗੀ। ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਲੈਕਚਰ।